ਹਾਂਜੀ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਓਸ਼ੋ ਦੀ। ਵਿਸ਼ਵ ਦੇ ਵਿਸ਼ਾਲ ਤੋਂ ਵਿਸ਼ਾਲ ਸਾਹਿਤ ਦੇ ਸਿਰਜਣਹਾਰੇ, ਉਹਨਾਂ ਦੇ ਸ਼ਬਦ ਨਿਰਾ ਜਾਦੂ ਹਨ। ਭਾਰਤ ਨੇ ਹੁਣ ਤੱਕ ਜਿੰਨੇ ਵਿਚਾਰਕ ਪੈਦਾ ਕੀਤੇ ਹਨ, ਉਹਨਾਂ ਵਿੱਚੋਂ ਸਭ ਤੋਂ ਮੌਲਿਕ, ਸਭ ਤੋਂ ਜਰਖੇਜ਼, ਸਭ ਤੋਂ ਸਪਸ਼ਟ ਅਤੇ ਸਭ ਤੋਂ ਵੱਧ ਸਿਰਜਣਸ਼ੀਲ ਵਿਚਾਰਕ ਸਨ। ਉਹਨਾਂ ਵਰਗਾ ਕੋਈ ਵਿਅਕਤੀ ਅਸੀਂ ਸਦੀਆਂ ਤੱਕ ਨਹੀਂ ਦੇਖ ਪਾਵਾਂਗੇ। ਓਸ਼ੋ ਦੇ ਜਾਣ ਨਾਲ ਭਾਰਤ ਨੇ ਆਪਣੇ ਮਹਾਨ ਤੋਂ ਮਹਾਨ ਸਪੂਤਾਂ ਵਿੱਚੋਂ ਇੱਕ ਖੋ ਦਿੱਤਾ ਹੈ। ਵਿਸ਼ਵ ਭਰ ਵਿੱਚ ਜੋ ਵੀ ਖੁੱਲੇ ਦਿਮਾਗ ਵਾਲੇ ਲੋਕ ਹਨ, ਉਹ ਭਾਰਤ ਦੇ ਇਸ ਘਾਟੇ ਦੇ ਭਾਈਵਾਲ ਹੋਣਗੇ। ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਓਸ਼ੋ ਦੇ ਵਿਚਾਰਾਂ ਦੀ। ਗੱਲ ਕਰਾਂਗੇ ਆਪਾਂ ਮੇਰੀ ਚਿੰਤਾ ਛੱਡੋ। ਪੁਣੇ ਦੇ ਓਸ਼ੋ ਅੰਤਰਰਾਸ਼ਟਰੀ ਧਿਆਨ ਕੇਂਦਰ ਵੱਲ ਪੂਰੀ ਦੁਨੀਆ ਤੋਂ ਦੂਰ ਦੂਰ ਦੇ ਕੋਨਿਆਂ ਤੋਂ ਹਜ਼ਾਰਾਂ ਸਾਧਕ ਆਕਰਸ਼ਿਤ ਹੋ ਰਹੇ ਸਨ। ਕੇਂਦਰ ਦਾ ਵਿਸਤਾਰ ਵੀ ਹੋ ਰਿਹਾ ਸੀ। ਚਮਾਗਤਸੂ ਵਿੱਚ ਪ੍ਰਵਚਨ ਹੋਣਾ ਸੰਭਵ ਹੀ ਨਹੀਂ ਸੀ। ਇੰਨੀ ਉਹ ਜਗ੍ਹਾ ਛੋਟੀ ਪੈ ਰਹੀ ਸੀ। ਜਲਦੀ ਹੀ 17 ਨੰਬਰ ਦਾ ਬੰਗਲਾ ਵੀ ਖਰੀਦਿਆ ਗਿਆ ਅਤੇ ਉਸਦੇ ਬਗਲ ਦਾ ਖੁੱਲ੍ਹਾ ਪਲਾਟ ਵੀ। ਲਾਓ ਤਸੋ ਦੇ ਬਗਲ ਦਾ ਮਕਾਨ ਖਰੀਦਿਆ ਗਿਆ। ਖੁੱਲ੍ਹੇ ਪਲਾਟ ਦੇ ਸੀਮਿੰਟ ਦੀ ਸੀਟ ਦਾ ਛੱਤ ਪਾ ਕੇ 20,000 ਵਰਗ ਫੁੱਟ ਦਾ ਇੱਕ ਖੁੱਲ੍ਹਾ ਹਾਲ ਬਣਾਇਆ ਗਿਆ, ਜਿਸ ਦਾ ਨਾਂ ਓਸ਼ੋ ਦੇ ਬੁੱਧ ਧਿਆਨ ਕਮਰਾ ਰੱਖਿਆ। ਇੱਥੇ ਪ੍ਰਵਚਨ ਅਤੇ ਧਿਆਨ ਪ੍ਰਯੋਗ ਵੀ ਹੋਣ ਲੱਗੇ। ਇਸ ਬੁੱਧ ਸਭਾ ਭਾਗ ਤੇ ਸਭਾ ਘਰ ਦੀ ਹੋਰ ਇੱਕ ਵਿਸ਼ੇਸ਼ਤਾ ਸੀ, ਇਸ ਨੂੰ ਕਿਤੇ ਵੀ ਦੀਵਾਰ ਨਾਲ ਬੰਦ ਨਹੀਂ ਕੀਤਾ ਗਿਆ ਸੀ, ਪਰ ਮੱਛਰਾਂ ਤੋਂ ਬਚਣ ਲਈ ਚਾਰੇ ਪਾਸੇ ਦੀਵਾਰ ਦੀ ਜਗ੍ਹਾ ਮੱਛਰਦਾਨੀ ਦਾ ਕੱਪੜਾ ਲਗਾਇਆ ਗਿਆ ਸੀ। ਇਸ ਲਈ ਗਿਨੀਜ਼ ਵਰਲਡ ਰਿਕਾਰਡ ਕਿਤਾਬ ਵਿੱਚ ਇਸ ਦਾ ਜ਼ਿਕਰ ਦੁਨੀਆ ਦੀ ਸਭ ਤੋਂ ਵੱਡੀ ਮੱਛਰਦਾਨੀ ਦੇ ਤੌਰ ਤੇ ਕੀਤਾ ਗਿਆ ਹੈ। 1981 ਵਿੱਚ ਓਸ਼ੋ ਅਮਰੀਕਾ ਗਏ। ਉਸ ਤੋਂ ਬਾਅਦ ਇਸ ਬੁੱਧ ਕਮਰੇ ਦੀ ਛੱਤ ਤੇ ਸੀਮਿੰਟ ਦੀਆਂ ਚਾਦਰਾਂ ਹਟਾਈਆਂ ਗਈਆਂ ਤੇ ਉਸ ਦੀ ਖੁੱਲ੍ਹੀ ਜਗ੍ਹਾ ਵਰਗਾ ਉਪਯੋਗ ਹੋਣ ਲੱਗਾ। ਉੱਥੇ ਆਸ਼ਰਮ ਵਿੱਚ ਆਉਣ ਵਾਲੇ ਬੱਚਿਆਂ ਲਈ ਅਤੇ ਵੱਡਿਆਂ ਲਈ ਵੀ ਸਕੇਟਿੰਗ ਵਰਗੇ ਖੇਲ ਦਾ ਪ੍ਰਬੰਧ ਹੋਣ ਲੱਗਾ। ਓਸ਼ੋ ਜਦ ਤੱਕ 1987 ਵਿੱਚ ਪੂਨੇ ਪਰਤ ਕੇ ਆਏ ਤਾਂ ਕੁਝ ਹੀ ਮਹੀਨਿਆਂ ਵਿੱਚ ਇਸ ਜਗ੍ਹਾ ਤੇ ਫਿਰ ਤੋਂ ਕੈਨਵਾਸ ਦੀ ਛੱਤ ਲਾਈ ਗਈ ਅਤੇ ਮੱਛਰਦਾਨੀ ਦਾ ਕੱਪੜਾ ਵੀ। ਫਿਰ ਤੋਂ ਇੱਥੇ ਓਸ਼ੋ ਦੇ ਪ੍ਰਵਚਨ ਅਤੇ ਓਸ਼ੋ ਦਾ ਧਿਆਨ ਵਿਧੀਆਂ ਦੇ ਪ੍ਰਯੋਗ ਹੋਣ ਲੱਗੇ। ਪਰ ਹੁਣੇ ਨਗਰ ਪ੍ਰੀਸ਼ਦ ਵੱਲੋਂ ਲਗਾਤਾਰ ਬੁੱਧ ਕਮਰੇ ਦਾ ਇਸ ਪ੍ਰਕਾਰ ਉਪਯੋਗ ਦੇ ਵਿਰੁੱਧ ਕਾਨੂੰਨੀ ਕਾਰਵਾਈ ਦੀ ਧਮਕੀ ਦਿੱਤੀ ਜਾਂਦੀ। ਆਸ਼ਰਮ ਵੱਲੋਂ ਉਹਨਾਂ ਨੂੰ ਦੱਸਿਆ ਜਾਂਦਾ ਕਿ ਜਦ ਤੱਕ ਧਿਆਨ ਕਮਰਾ ਪੱਕੇ ਤੌਰ ਤੇ ਨਹੀਂ ਬਣਵਾ ਲੈਂਦੇ, ਤਦ ਤੱਕ ਇਸ ਜਗ੍ਹਾ ਦਾ ਉਪਯੋਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਆਖਰ ਓਸ਼ੋ ਦੇ ਵਿਦਾਈ ਦੇ ਕੁਝ ਸਾਲਾਂ ਬਾਅਦ ਕੇਂਦਰ ਦੇ ਸਾਹਮਣੇ ਵਾਲੀ ਜਗ੍ਹਾ ਤੇ ਦੁਨੀਆ ਦੇ ਸਭ ਤੋਂ ਆਲੀਸ਼ਾਨ ਧਿਆਨ ਕਮਰੇ ਦਾ ਨਿਰਮਾਣ ਕੀਤਾ ਗਿਆ। ਉਸ ਦਾ ਨਾਂ ਰੱਖਿਆ ਗਿਆ ਓਸ਼ੋ ਸਭਾਗਾਰ। ਇਸ ਸਭਾਗਾਰ ਦਾ ਨਕਸ਼ਾ ਓਸ਼ੋ ਨੇ ਹੀ ਬਣਾਇਆ ਸੀ। ਫਿਰ ਤੋਂ ਬੁੱਧ ਧਿਆਨ ਕਮਰੇ ਦੇ ਕੈਨਵਸ ਦੀ ਛੱਤ ਹਟਾਈ ਗਈ। ਉਸ ਦਾ ਨਵਾਂ ਨਾਂ ਹੁਣ ਬੁੱਧਾ ਗਰੋਵ ਅਤੇ ਇੱਥੇ ਨਾਚ, ਧਿਆਨ ਲਈ ਉਪਯੁਕਤ ਐਸੀ ਅਲੱਗ-ਅਲੱਗ ਜਾਪਾਨੀ ਮਾਰਸ਼ਲ ਆਰਟ, ਪੇਂਟਿੰਗ ਅਤੇ ਪੋਟਰੀ ਵਰਗੀਆਂ ਸਿਰਜਣਸ਼ੀਲ ਕਲਾਵਾਂ ਦੇ ਪ੍ਰਯੋਗ ਹੁੰਦੇ ਰਹਿੰਦੇ ਹਨ। 1974 ਵਿੱਚ ਪੂਨੇ ਆਉਣ ਤੋਂ ਬਾਅਦ ਓਸ਼ੋ ਨੇ ਸਕ੍ਰਿय ਧਿਆਨ ਵਰਗੀ ਇੱਕ ਨਵੀਂ ਧਿਆਨ ਵਿਧੀਆਂ ਦੀ ਖੋਜ ਕੀਤੀ। ਉਸ ਦਾ ਨਾਂ ਹੈ ਕੁੰਡਲਿਨੀ, ਨਟਰਾਜ ਅਤੇ ਨਾਦਰ ਬ੍ਰਹਮ। ਇਹ ਸਭ ਧਿਆਨ ਵਿਧੀਆਂ ਓਸ਼ੋ ਦੀ ਸਭਾ ਦੀ ਖੋਜ ਹਨ ਅਤੇ ਅੱਜ ਦੇ ਅਤੀ ਤਣਾਅਗ੍ਰਸਤ ਅਤੇ ਦਮਨ ਨਾਲ ਭਰੇ ਹੋਏ ਆਦਮੀ ਨੂੰ ਧਿਆਨ ਵਿੱਚ ਰੱਖ ਕੇ ਓਸ਼ੋ ਨੇ ਇਹ ਵਿਧੀਆਂ ਦਿੱਤੀਆਂ ਹਨ। ਇਹਨਾਂ ਵਿਧੀਆਂ ਦੇ ਕਾਰਨ ਨਾਲ ਇੱਕੋ ਵਾਰੀ ਵਿੱਚ ਸਾਧਕ ਦੇ ਸਰੀਰ, ਮਨ ਅਤੇ ਚੇਤਨਾ ਤੇ ਕੰਮ ਹੁੰਦਾ ਹੈ। ਪੂਰੀ ਤਰ੍ਹਾਂ ਨਾਲ ਵਿਗਿਆਨਿਕ ਆਧਾਰ ਤੇ ਇਹ ਵਿਧੀਆਂ ਓਸ਼ੋ ਨੇ ਤਿਆਰ ਕੀਤੀਆਂ। ਇਹਨਾਂ ਦਾ ਪ੍ਰਯੋਗ ਕਰਨ ਲਈ ਕਿਸੇ ਗੁਰੂ ਤੇ ਨਿਰਭਰ ਰਹਿਣ ਦੀ ਲੋੜ ਨਹੀਂ, ਕੇਵਲ ਸਾਧਕ ਦਾ ਸੰਕਲਪ ਅਤੇ ਸਮਗਰਤਾ ਇਸ ਲਈ ਕਾਫੀ ਹੈ। ਸਾਹ, ਰੇਚਨ, ਨਾਚ ਅਤੇ ਮੌਨ ਇਹਨਾਂ ਵਿਧੀਆਂ ਦੇ ਆਧਾਰ ਭਰਪੂਰ ਚਰਨ ਹਨ। ਇਹਨਾਂ ਧਿਆਨ ਪੱਧਤੀਆਂ ਦਾ ਅਨੁਸਰਨ ਕਰਕੇ ਹਜ਼ਾਰਾਂ ਲੋਕਾਂ ਦੇ ਜੀਵਨ ਵਿੱਚ ਅਮੁੱਲਾ ਪਰਿਵਰਤਨ ਹੋ ਰਿਹਾ ਸੀ। ਇਹਨਾਂ ਧਿਆਨ ਵਿਧੀਆਂ ਲਈ ਓਸ਼ੋ ਨੇ ਸਭਾ ਦੀ ਨਿਗਰਾਨੀ ਇਸ ਖਾਸ ਤਰ੍ਹਾਂ ਦਾ ਸੰਗੀਤ ਆਪਣੇ ਹੀ ਸਾਧਕਾਂ ਦੁਆਰਾ ਬਣਾਇਆ ਗਿਆ ਸੀ।
ਉਸ ਵਿੱਚ ਕੁਝ ਪ੍ਰਯੋਗ ਕਰਨ ਤੋਂ ਬਾਅਦ ਹਰ ਵਿਧੀ ਨਾਲ ਖਾਸ ਤਰ੍ਹਾਂ ਦੇ ਸੰਗੀਤ ਦਾ ਪ੍ਰਬੰਧ ਕੀਤਾ ਗਿਆ। ਹਰੇਕ ਧਿਆਨ ਵਿਧੀ ਲਈ ਅਲੱਗ ਸੰਗੀਤ ਹੈ। ਉਹੀ ਸੰਗੀਤ ਅੱਜ ਪੂਰੀ ਦੁਨੀਆ ਵਿੱਚ ਉਸੇ ਹੀ ਖਾਸ ਧਿਆਨ ਲਈ ਉਪਯੋਗ ਵਿੱਚ ਲਿਆ ਜਾਂਦਾ ਹੈ। ਜਦੋਂ ਕੁੰਡਲਿਨੀ ਧਿਆਨ ਸ਼ੁਰੂ ਕਰਨਾ ਸੀ ਤੇ ਓਸ਼ੋ ਨੇ ਮੈਨੂੰ ਸੱਪ ਦੇ ਸਾਹਮਣੇ ਬੀਨ ਵਜਾਉਣ ਵਾਲੇ ਨੂੰ ਲਿਆਉਣ ਲਈ ਕਿਹਾ। 1-2 ਦਿਨ ਉਸ ਦੀ ਬੀਨ ਦੇ ਸੰਗੀਤ ਨਾਲ ਰਾਧਾ ਹਾਲ ਵਿੱਚ, ਜਿੱਥੇ ਅੱਜ ਪੁਸਤਕਾਂ ਦੀ ਦੁਕਾਨ ਹੈ, ਇਹ ਧਿਆਨ ਕੀਤਾ ਗਿਆ ਤੇ ਉਸ ਤੋਂ ਬਾਅਦ ਓਸ਼ੋ ਨੇ ਧਿਆਨ ਵਿੱਚ ਠੀਕ ਗਤੀ ਆਈ ਇਸ ਤਰ੍ਹਾਂ ਦਾ ਅਲੱਗ ਸੰਗੀਤ ਤਿਆਰ ਕਰਵਾਇਆ। ਮਾਨਵ ਦੀ ਚੇਤਨਾ ਦਾ ਵਿਕਾਸ ਹੋ ਸਕੇ, ਇਸ ਲਈ ਓਸ਼ੋ ਨੇ ਗਹਿਰੇ ਧਿਆਨ ਪ੍ਰਯੋਗ ਕਰਵਾ ਰਹੇ ਸਨ। ਪਰੰਤੂ ਬਾਹਰ ਦੀ ਦੁਨੀਆ ਵਿੱਚ ਓਸ਼ੋ ਦੇ ਵਿਰੋਧ ਦਾ ਵਾਤਾਵਰਣ ਲਗਾਤਾਰ ਵੱਧਦਾ ਜਾ ਰਿਹਾ ਸੀ। ਓਸ਼ੋ ਨੇ ਆਪਣੇ ਪ੍ਰਵਚਨਾਂ ਵਿੱਚ ਰਾਜਨੀਤੀ ਕਰਨ ਵਾਲੇ ਨੇਤਾਵਾਂ ਉੱਤੇ ਅਤੇ ਥੋਥੇ ਧਰਮ ਗੁਰੂਆਂ ਤੇ ਕਠੋਰ ਹਮਲਾ ਕਰ ਰਹੇ ਸਨ। ਨਿੱਜੀ ਸਵਾਰਥ ਦੇ ਕਾਰਨ ਇਹ ਸਾਰੇ ਲੋਕ ਅਲੱਗ-ਅਲੱਗ ਅਫਵਾਹਾਂ ਫੈਲਾ ਰਹੇ ਸਨ। ਰਾਜਸਥਾਨ ਤੋਂ ਪ੍ਰਕਾਸ਼ਿਤ ਹੋਣ ਵਾਲੀ ਇੱਕ ਅਖਬਾਰ ਵਿੱਚ ਛਪਿਆ ਸੀ ਕਿ ਓਸ਼ੋ ਦੇ ਪ੍ਰਵਚਨ ਵਿੱਚ ਸਾਰੇ ਲੋਕ ਨੰਗੇ ਹੋ ਕੇ ਬੈਠਦੇ ਹਨ। ਇਸ ਪ੍ਰਕਾਰ ਦੀਆਂ ਗੱਲਾਂ ਹਰ ਦਿਨ ਸਾਰੀਆਂ ਜਗ੍ਹਾ ਤੋਂ ਉਡਾਈਆਂ ਜਾ ਰਹੀਆਂ ਸਨ। ਇਸ ਦੇ ਕਾਰਨ ਸਮਾਜ ਵਿੱਚ ਲਗਾਤਾਰ ਓਸ਼ੋ ਦੇ ਸੰਬੰਧ ਵਿੱਚ ਘਟੀਆਂ ਗੱਲਾਂ ਕੀਤੀਆਂ ਜਾਂਦੀਆਂ ਸਨ। ਇੱਕ ਦਿਨ ਦੇ ਪ੍ਰਵਚਨ ਵਿੱਚ ਮੈਂ ਓਸ਼ੋ ਨੂੰ ਪੁੱਛਿਆ, ਅਸੀਂ ਤੁਹਾਡੇ ਕੋਲ ਆਉਂਦੇ ਹਾਂ ਤਾਂ ਸਾਨੂੰ ਇੱਥੇ ਦਿਵਯਤਵ ਦਾ ਅਨੁਭਵ ਹੁੰਦਾ ਹੈ, ਪਰੰਤੂ ਸਮਾਜ ਵਿੱਚ ਤੁਹਾਡੇ ਵਿਰੋਧ ਵਿੱਚ ਲਗਾਤਾਰ ਬੋਲਿਆ ਜਾਂ ਲਿਖਿਆ ਜਾਂਦਾ ਹੈ। ਇੱਕ ਸਾਧਕ ਦੇ ਨਾਤੇ ਅਸੀਂ ਲੋਕਾਂ ਨੂੰ ਤੁਹਾਡੇ ਸੰਬੰਧ ਵਿੱਚ ਕਿਵੇਂ ਸਮਝਾਈਏ? ਜਵਾਬ ਵਿੱਚ ਓਸ਼ੋ ਕਹਿੰਦੇ ਹਨ, ਤੂੰ ਸਾਧਕ ਦੇ ਨਾਤੇ ਵਿੱਚ ਪ੍ਰਵਚਨ ਪੁੱਛਿਆ ਹੈ, ਤੈਨੂੰ ਸਾਧਕ ਦਾ ਮਤਲਬ ਵੀ ਪਤਾ ਹੈ। ਸਾਧਕ ਉਸ ਨੂੰ ਕਹਿੰਦੇ ਹਨ ਜੋ ਸੱਚ ਖੋਜ ਰਿਹਾ ਹੈ, ਉਸਨੇ ਸੱਚ ਅਜੇ ਪਾਇਆ ਹੀ ਨਹੀਂ। ਫਿਰ ਆਪਾਂ ਦਾਅਵੇ ਨਾਲ ਕਿਵੇਂ ਕਹਿ ਸਕਦੇ ਹਾਂ ਕਿ ਜੋ ਲੋਕ ਕਹਿੰਦੇ ਹਨ ਉਹ ਝੂਠਾ ਹੈ ਤੇ ਤੁਸੀਂ ਜੋ ਲੱਗਦਾ ਹੈ ਉਹ ਸੱਚੀ ਗੱਲ ਹੈ? ਹੋ ਸਕਦਾ ਹੈ ਕਿ ਲੋਕ ਜੋ ਕਹਿ ਰਹੇ ਹਨ ਉਹ ਸੱਚ ਹੋਵੇ। ਸਾਧਕ ਨੂੰ ਇੰਨਾ ਤਾਂ ਵਿਨਮਰ ਹੋਣਾ ਹੀ ਚਾਹੀਦਾ ਹੈ ਕਿ ਲੋਕਾਂ ਨੂੰ ਤੁਸੀਂ ਇੰਨਾ ਹੀ ਕਹਿਣਾ ਹੈ ਕਿ ਤੁਹਾਨੂੰ ਇੰਜ ਲੱਗ ਰਿਹਾ ਹੈ ਕਿ ਮੈਨੂੰ ਕੁਝ ਵੱਖਰਾ ਅਨੁਭਵ ਆ ਰਿਹਾ ਹੈ। ਜੇ ਮੈਨੂੰ ਸੱਚ ਦਾ ਪਤਾ ਲੱਗ ਜਾਵੇ ਤਾਂ ਮੈਂ ਤੁਹਾਨੂੰ ਜ਼ਰੂਰ ਦੱਸਾਂਗਾ, ਅਤੇ ਜੇ ਤੁਹਾਨੂੰ ਪਤਾ ਲੱਗ ਜਾਂਦਾ ਹੈ ਤਾਂ ਤੁਸੀਂ ਮੈਨੂੰ ਦੱਸ ਦੇਣਾ। ਅਸੀਂ ਦੋਵੇਂ ਸੱਚ ਲੱਭਦੇ ਰਹਾਂਗੇ। ਜਿੱਥੋਂ ਤੱਕ ਮੇਰਾ ਸਵਾਲ ਹੈ, ਤੂੰ ਮੇਰੀ ਚਿੰਤਾ ਛੱਡ। ਜੇ ਮੈਂ ਕਹਿ ਰਿਹਾ ਉਹ ਸੱਚ ਹੈ ਜਾਂ ਹਜ਼ਾਰ ਵਿਰੋਧਾਂ ਦੇ ਬਾਵਜੂਦ ਉਹ ਸੱਚ ਨਿਖਰ ਕੇ ਬਾਹਰ ਆਏਗਾ, ਅਤੇ ਜੇ ਮੈਂ ਜੋ ਕਹਿ ਰਿਹਾ ਉਹ ਝੂਠਾ ਹੋਵੇਗਾ ਤਾਂ ਤੁਹਾਡੇ ਸਮਰਥਨ ਦੀ ਹਜ਼ਾਰ ਵਿਸਾਖੀਆਂ ਦੇ ਬਾਵਜੂਦ ਮੈਂ ਡਿੱਗ ਕੇ ਜ਼ਮੀਨ ਤੇ ਸਪਾਟ ਹੋ ਜਾਊਂਗਾ। ਇਸ ਲਈ ਕਹਿੰਦਾ ਹਾਂ, ਮੇਰੀ ਚਿੰਤਾ ਛੱਡੋ, ਆਪਣੀ ਸਾਧਨਾ ਦਾ ਫਿਕਰ ਕਰੋ। ਓਸ਼ੋ ਨੇ ਇਸ ਮਾਰਗਦਰਸ਼ਨ ਦੇ ਕਾਰਨ ਅਤੇ ਨਾਲ ਹੀ ਧਿਆਨ ਪ੍ਰਯੋਗ ਕਰ ਰਹੇ ਸਨ। ਉਸ ਦੇ ਕਾਰਨ ਮੇਰੇ ਵਿੱਚ ਹੀ ਨਹੀਂ, ਹਜ਼ਾਰਾਂ ਸਾਧਕਾਂ ਦੇ ਅੰਦਰ ਸਮਾਜ ਦੇ ਵਿਰੋਧ ਦਾ ਸਾਹਮਣਾ ਕਰਨ ਦਾ ਹੌਸਲਾ ਆ ਰਿਹਾ ਸੀ। ਮੈਂ ਹੁਣ ਵੀ ਸਫੇਦ ਕੱਪੜੇ ਪਹਿਨਣ ਵਾਲਾ ਹੀ ਸੰਨਿਆਸੀ ਸੀ, ਪਰੰਤੂ ਇੱਕ ਦਿਨ ਭਗਵੇਂ ਰੰਗ ਦੇ ਕੱਪੜੇ ਪਹਿਨ ਕੇ ਲਾਉਤਸੇ ਭਵਨ ਵਿੱਚ ਆਟੇ ਦਾ ਡੱਬਾ ਲੈ ਗਿਆ ਸੀ ਤਾਂ ਉਸ ਮਾਂ ਵਿਵੇਕ ਦਾ ਮਿਲਣਾ ਹੋਇਆ। ਮੇਰੇ ਵੱਲ ਬੜੇ ਪ੍ਰੇਮ ਨਾਲ ਦੇਖਦੇ ਹੋਏ ਹੱਸ ਕੇ ਉਸਨੇ ਕਿਹਾ, You look so beautiful in these clothes. ਤੂੰ ਇਹਨਾਂ ਕੱਪੜਿਆਂ ਵਿੱਚ ਬਹੁਤ ਸੁੰਦਰ ਦਿਖਦਾ ਹੈ। ਇੰਨਾ ਕਹਿ ਕੇ ਉਹ ਤਾਂ ਚਲੀ ਗਈ, ਪਰ ਮਾਂ ਵਿਵੇਕ ਦੇ ਉਹ ਸ਼ਬਦ ਮੇਰੇ ਅੰਦਰ ਬਹੁਤ ਗਹਿਰੇ ਉਤਰੇ। ਮੈਨੂੰ ਆਪਣੇ ਆਪ ਵਿੱਚ ਕੁਝ ਸ਼ਰਮ ਆਈ। ਮੈਨੂੰ ਲੱਗਾ ਵਿਦੇਸ਼ ਤੋਂ ਆਏ ਹਾਂ, ਇਹ ਹਜ਼ਾਰਾਂ ਸਾਧਕ ਜਲਦੀ ਗੇਰੂਆਂ ਦੇ ਕੱਪੜੇ ਪਾ ਕੇ ਸੰਨਿਆਸੀ ਵਿੱਚ ਛਲਾਂਗ ਲਗਾ ਲੈਂਦੇ ਹਨ, ਪਰ ਮੈਂ ਸਮਾਜ ਤੋਂ ਭੈ-ਭੀਤ ਹੋ ਕੇ ਅਜੇ ਵੀ ਸਫੈਦ ਕੱਪੜਿਆਂ ਵਿੱਚ ਸੰਨਿਆਸੀ ਬਣਿਆ ਹੋਇਆ ਹਾਂ। ਇਸ ਦੇ ਕੁਝ ਦਿਨਾਂ ਬਾਅਦ ਮੇਰੀ ਪਤਨੀ ਕੁਸੁਮ ਨੇ ਵੀ ਸੰਨਿਆਸ ਵਿੱਚ ਉਤਰਨਾ ਚਾਹਿਆ। ਉਸਦੇ ਨਾਲ ਜਾ ਕੇ ਮੈਂ ਓਸ਼ੋ ਦੇ ਸਾਹਮਣੇ ਹਾਜ਼ਰ ਹੋਇਆ ਤੇ ਕਿਹਾ, ਮੈਂ ਹੁਣੇ ਗੇਰੂਏ ਕੱਪੜਾਂ ਵਿੱਚ ਸੰਨਿਆਸ ਲੈਣਾ ਹੈ। ਓਸ਼ੋ ਨੇ ਹੱਸ ਕੇ ਕਿਹਾ, ਅੱਜ ਮੈਂ ਤੈਨੂੰ ਫਿਰ ਤੋਂ ਸੰਨਿਆਸ ਦੇਵਾਂਗਾ, ਪਰ ਤੇਰਾ ਨਾਂ ਸੱਤਿਆ ਨਿਰੰਜਨ ਹੀ ਰਹੇਗਾ। ਉਹ ਦਿਨ 7 ਅਗਸਤ 1976 ਦਾ ਸੀ। ਗੇਰੂਏ ਕੱਪੜੇ ਦੇ ਅਤੇ ਗਲੇ ਵਿੱਚ ਓਸ਼ੋ ਦੇ ਫੋਟੋ ਲਾਕਰ ਦੀ ਮਾਲਾ ਪਹਿਨ ਕੇ ਜਦ ਮੈਂ ਇਨਕਮ ਟੈਕਸ ਦਫ਼ਤਰ ਪਹੁੰਚਿਆ ਤਾਂ ਉੱਥੇ 3-4
ਚਾਰਟਰਡ ਅਕਾਊਂਟੈਂਟ ਮਿੱਤਰ ਖੜੇ ਸਨ। ਮੈਨੂੰ ਦੇਖ ਕੇ ਉਹਨਾਂ ਵਿੱਚ ਇੱਕ ਬੋਲਿਆ, ਅਰੇ ਬਾਗਮਾਰ, ਤੂੰ ਇਹ ਕੱਪੜੇ ਪਾਉਣੇ ਕਦੋਂ ਤੋਂ ਸ਼ੁਰੂ ਕੀਤੇ? ਤਾਂ ਦੂਸਰੇ ਇੱਕ ਜਨਾਬ ਨੇ ਖੁਦ ਹੀ ਉੱਤਰ ਦਿੱਤਾ ਕਿ ਹੁਣ ਤੱਕ ਕੱਪੜੇ ਪਹਿਨ ਰਿਹਾ ਹਾਂ, ਇਹ ਕੀ ਘੱਟ ਹੈ। ਇਸ ਤੇ ਮੌਜੂਦ ਸਾਰੇ ਖਿੜਖਿੜਾ ਕੇ ਹੱਸੇ ਤੇ ਮੈਂ ਇੱਕਦਮ ਨਰਵਸ ਹੋ ਗਿਆ। ਉਹਨਾਂ ਨੂੰ ਕੀ ਜਵਾਬ ਦੇਵਾਂ? ਕੁਝ ਹੀ ਸਮਝ ਨਹੀਂ ਆ ਰਿਹਾ ਸੀ। ਮੈਨੂੰ ਕੁਝ ਵੀ ਸਮਝ ਨਾ ਆਇਆ ਤੇ ਮੈਂ ਕੁਝ ਵੀ ਕਹਿੰਦਾ ਉਸ ਦਾ ਮਜ਼ਾਕ ਉਡਾਉਣ ਵਾਲੇ ਸਨ। ਇੰਨੇ ਨੂੰ ਉੱਥੇ ਇਨਕਮ ਟੈਕਸ ਕਮਿਸ਼ਨਰ ਸਵਾਮੀ ਆਨੰਦ ਬੋਧੀਸਤਵ ਪਧਾਰੇ। ਬੋਧੀਸਤਵ ਜੀ ਨੇ ਇੱਕਦਮ ਸ਼ੁਰੂ ਵਿੱਚ ਹੀ ਓਸ਼ੋ ਤੋਂ ਸੰਨਿਆਸ ਗ੍ਰਹਿਣ ਕੀਤਾ ਸੀ, ਤਾਂ ਉਦੋਂ ਤੋਂ ਹੀ ਉਹ ਗੇਰੂਏ ਕੱਪੜੇ ਪਹਿਨ ਕੇ ਦਫ਼ਤਰ ਵਿੱਚ ਆਉਂਦੇ ਸਨ। ਉਹਨਾਂ ਨੇ ਗਜਟ ਵਿੱਚ ਆਪਣਾ ਨਾਂ ਵੀ ਬਸੰਤ ਸਹਾਤ ਦੇ ਬਦਲੇ ਸਵਾਮੀ ਆਨੰਦ ਬੋਧੀਸਤਵ ਰੱਖ ਲਿਆ ਸੀ। ਇਨਕਮ ਟੈਕਸ ਕਮਿਸ਼ਨਰ ਚਾਰਟਰਡ ਅਕਾਊਂਟੈਂਟ ਲਈ ਬਹੁਤ ਹੀ ਮਹੱਤਵਪੂਰਨ ਹਸਤੀ ਹੁੰਦੀ ਹੈ। ਉਹਨਾਂ ਨੂੰ ਦੇਖਦਿਆਂ ਹੀ ਸਾਰ ਉਹਨਾਂ ਸਾਰੇ ਮਿੱਤਰਾਂ ਨੇ ਗੁੱਡ ਮਾਰਨਿੰਗ ਸਰ ਕਹਿੰਦੇ ਹੋਏ ਨਿਮਰਤਾ ਪੂਰਵਕ ਆਓ ਭਗਤ ਕੀਤੀ। ਮੇਰੇ ਮਨ ਵਿੱਚ ਇੱਕਦਮ ਵਿਚਾਰ ਆਇਆ ਕਿ ਮੇਰੇ ਕੱਪੜਿਆਂ ਦਾ ਮਜ਼ਾਕ ਉਡਾਉਣ ਵਾਲੇ ਇਹ ਲੋਕ ਉਸੇ ਤਰ੍ਹਾਂ ਦੇ ਕੱਪੜੇ ਪਹਿਨੇ ਹੋਏ ਉੱਚ ਅਧਿਕਾਰੀ ਨੂੰ ਦੇਖ ਕੇ ਇੱਕਦਮ ਗਰਦਨ ਝੁਕਾ ਕੇ ਸਲਾਮ ਕਰਨ ਲੱਗੇ ਨੇ, ਅਤੇ ਮੈਂ ਇਹਨਾਂ ਲੋਕਾਂ ਤੋਂ ਸਾਹਮਣੇ ਸ਼ਰਮਿੰਦਾ ਹੋ ਰਿਹਾ ਸੀ। ਮੇਰਾ ਉਹ ਹੀਣ ਭਾਵ ਤਿਰੋਹਿਤ ਹੋ ਗਿਆ, ਜਿਵੇਂ ਕਿਸੇ ਨਵੀਂ ਊਰਜਾ ਦਾ ਮੇਰੇ ਅੰਦਰ ਸੰਚਾਰ ਹੋਇਆ ਹੋਵੇ। ਮੈਂ ਕਿਹਾ, ਸਵਾਮੀ ਜੀ ਥੋੜਾ ਰੁਕਣਾ। ਤਾਂ ਉਹ ਮੇਰੇ ਵੱਲ ਆਏ ਅਤੇ ਬੋਲੇ, ਕੀ ਗੱਲ ਹੈ ਬਾਗਮਾਰ, ਕੀ ਕੰਮ ਹੈ? ਮੈਂ ਕਿਹਾ, ਮੇਰਾ ਕੋਈ ਕੰਮ ਨਹੀਂ, ਪਰੰਤੂ ਮੇਰੇ ਇਹ ਮਿੱਤਰ ਜਾਣਨਾ ਚਾਹੁੰਦੇ ਹਨ ਕਿ ਤੁਸੀਂ ਇਸ ਦਫ਼ਤਰ ਵਿੱਚ ਨੰਗੇ ਕਦਮ ਆ ਰਹੇ ਹੋ। ਕੁਐਸਚਨ। ਮੇਰੀ ਇਸ ਗੱਲ ਨੂੰ ਸੁਣਦੇ ਹੋ ਉਸੇ ਸਾਰ ਮਿੱਤਰ ਇਕਸਾਰ ਬੋਲੇ, ਕਿ ਬਾਗਮਾਰ ਅਸੀਂ ਤਾਂ ਐਵੇਂ ਹੀ ਮਜ਼ਾਕ ਕਰ ਰਹੇ ਸਾਂ ਸਰ। ਇਸ ਘਟਨਾ ਤੋਂ ਬਾਅਦ ਮੇਰੇ ਇਹਨਾਂ ਕੱਪੜਿਆਂ ਨੂੰ ਲੈ ਕੇ ਕਦੇ ਮੈਨੂੰ ਕੋਈ ਅੜਚਨ ਨਹੀਂ ਆਈ। ਕੋਈ ਇਸ ਸਬੰਧ ਵਿੱਚ ਗੱਲ ਉਠਾਉਂਦਾ ਸੀ ਤਾਂ ਡਟ ਕੇ ਜਵਾਬ ਦਿੰਦਾ ਸੀ। ਫਿਰ ਸਾਹਮਣੇ ਵਾਲਾ ਵਿਅਕਤੀ ਕਿੰਨੇ ਵੀ ਉੱਚ ਪੱਧਰ ਦਾ ਅਧਿਕਾਰੀ ਕਿਉਂ ਨਾ ਹੋਵੇ, ਮੈਨੂੰ ਸਾਫ਼ ਹੋ ਗਿਆ ਸੀ ਕੱਪੜੇ ਦਾ ਇਹ ਬਦਲਾਵ ਮੈਂ ਸਵੈ ਇੱਛਾ ਨਾਲ ਮੇਰੇ ਅੰਦਰੂਨੀ ਪਰਿਵਰਤਨ ਲਈ ਅਪਣਾਇਆ ਹੈ। ਇਸ ਲਈ ਕਿਸੇ ਨੂੰ ਵੀ ਕੋਈ ਮੁਸੀਬਤ ਨਹੀਂ ਹੋਣੀ ਚਾਹੀਦੀ। ਇੱਕ ਦਿਨ ਮੈਂ ਇਨਕਮ ਟੈਕਸ ਦੇ ਟ੍ਰਿਬਿਊਨਲ ਵਿੱਚ ਦਲੀਲ ਦੇਣ ਵਾਸਤੇ ਖੜਾ ਹੋਇਆ ਤਾਂ ਮੇਰੇ ਵਿਰੋਧੀ ਵਕੀਲ ਸਾਹਿਬ ਨੇ ਮੇਰੇ ਕੱਪੜਿਆਂ ਲਈ ਮੁਸੀਬਤ ਉਠਾਈ। ਉੱਥੇ ਨਿਯਮ ਅਨੁਸਾਰ ਕਾਲਾ ਕੋਟ ਪਹਿਨਣਾ ਜ਼ਰੂਰੀ ਸੀ, ਪਰੰਤੂ ਮੈਂ ਜੱਜ ਸਾਹਿਬ ਨੂੰ ਬੇਨਤੀ ਕੀਤੀ ਕਿ ਮੈਂ ਓਸ਼ੋ ਤੋਂ ਸੰਨਿਆਸ ਗ੍ਰਹਿਣ ਕੀਤਾ ਹੈ ਅਤੇ ਉਸ ਕਾਰਨ ਮੈਂ ਇਸ ਰੰਗ ਦੇ ਕੱਪੜੇ ਹੀ ਪਹਿਨ ਸਕਦਾ ਹਾਂ। ਜੱਜ ਸਾਹਿਬ ਨੇ ਮੈਨੂੰ ਕਾਰਵਾਈ ਚਲਾਉਣ ਦੀ ਆਗਿਆ ਦਿੱਤੀ। ਇੱਕ ਹੋਰ ਗੱਲ ਦਾ ਖੁਲਾਸਾ ਹੈ ਮੈਂ ਇੱਥੇ ਕਰਨਾ ਚਾਹਾਂਗਾ ਕਿ ਓਸ਼ੋ ਨੇ ਮੈਨੂੰ ਸਤਿਆ ਨਿਰੰਜਨ ਦਾ ਨਾਂ ਦਿੱਤਾ, ਪਰ ਓਸ਼ੋ ਆਪ ਮੈਨੂੰ ਜ਼ਿਆਦਾਤਰ ਬਾਗਮਾਰ ਦੇ ਨਾਂ ਨਾਲ ਹੀ ਬੁਲਾਉਂਦੇ ਰਹੇ। ਇਸ ਕਾਰਨ ਮੇਰੇ ਬਾਕੀ ਸੰਨਿਆਸੀ ਮਿੱਤਰ ਵੀ ਮੈਨੂੰ ਅਕਸਰ ਬਾਗਮਾਰ ਦੇ ਨਾਂ ਤੋਂ ਹੀ ਜਾਣਦੇ ਸਨ। ਇਸ ਕਾਰਨ ਮੇਰੇ ਲਈ ਸਤਿਆ ਨਿਰੰਜਨ ਅਤੇ ਬਾਗਮਾਰ ਇਹ ਦੋਵਾਂ ਦਾ ਨਾਂ ਪ੍ਰਚਲਿਤ ਰਹੇ। ਸਤਿ ਸ਼੍ਰੀ ਅਕਾਲ ਜੀ।